ਵਾਹਿਗੁਰੂ ਸਰਬ ਵਿਆਪਕ ਹੈ। ਘਟ ਘਟ ਰਵ ਰਿਹਾ ਬਨਵਾਰੀ, ਜਲ ਥਲ ਮਈਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਸੋਰਠ ਮਹਿਲਾ ਪੰਜਵਾਂ। ਜਾਂ ਫਿਰ नगर में आप बाहर फुण आपन, प्रभ मेरे को सगल बसेरा, आपे ही राजन आपे ही राया, कह कह ठाकुर कह कह चेरा। बिलावल महला चौथा। श्री गुरु ग्रंथ साहिब जी विच बार बार इस गल दा जिक्र है कि वाहिगुरू सर्व व्यापक है, ਤੇ ਅਸੀਂ ਤਕਰੀਬਨ ਰੋਜ਼ ਹੀ ਗੁਰੂ ਦੇ ਐਸੇ ਬਚਨ ਪੜ੍ਹਦੇ ਹਾਂ ਜਿਨ੍ਹਾਂ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਹਰ ਥਾਂ ਤੇ ਵਸਦਾ ਹੈ। ਪਰ ਅਸਲ ਵਿੱਚ ਅਮਲੀ ਤੌਰ ਤੇ ਪ੍ਰੈਕਟੀਕਲੀ ਵਾਹਿਗੁਰੂ ਨੂੰ ਸਰਵ ਵਿਆਪਕ ਵੇਖਣ ਦੀ ਨਾ ਤੇ ਅਸੀਂ ਕਦੇ ਕੋਸ਼ਿਸ਼ ਕੀਤੀ ਹੈ ਤੇ ਨਾ ਹੀ ਸਾਨੂੰ ਕਦੇ ਵਾਹਿਗੁਰੂ ਸਰਵ ਵਿਆਪਕ ਜਾਪਿਆ ਹੈ। ਜੇ ਸਰਵ ਵਿਆਪਕ ਦੀ ਸਮਝ ਆ ਜਾਵੇ ਅਤੇ ਸਰਵ ਵਿਆਪਕ ਦਿਸੇ ਤਾਂ ਉਸ ਦੇ ਨਤੀਜੇ ਵਜੋਂ ਥੋੜ, ਬਿਮਾਰੀ, ਬੇਚੈਨੀ, ਫਿਕਰ, ਗਮ ਆਦਿਕ ਸਭ ਦੂਰ ਹੋ ਜਾਣ ਤੇ ਇਹਨਾਂ ਬੁਰਾਈਆਂ ਦੀ ਥਾਂ ਤੇ ਚੰਗੀ ਸਿਹਤ, ਅਰੋਗਤਾ, ਅਨਲਿਮਟਿਡ ਦਾਤਾਂ, ਚੈਨ, ਖੁਸ਼ੀ, ਆਨੰਦ ਦਾ ਜ਼ਾਹਰ ਹੋ ਜਾਣਾ ਜ਼ਰੂਰੀ ਹੈ। ਜੇ ਇਹ ਸਭ ਗੱਲਾਂ ਸਾਡੇ ਜੀਵਨ ਵਿੱਚ ਨਹੀਂ ਆਈਆਂ ਤਾਂ ਸਮਝੋ ਕਿ ਅਜੇ ਅਸੀਂ ਵਾਹਿਗੁਰੂ ਨੂੰ ਸਰਵ ਵਿਆਪਕ ਵੇਖਣ ਤੇ ਸਮਝਣ ਦੀ ਜਾਚ ਨਹੀਂ ਸਿੱਖੀ। ਹੋਰ ਕੋਸ਼ਿਸ਼ ਕਰੋ ਜਦੋਂ ਤੱਕ ਕਿ ਪੂਰਾ ਨਤੀਜਾ ਨਾ ਨਿਕਲੇ, ਕਿਉਂਕਿ ਕੁਦਰਤ ਦਾ ਕਾਨੂੰਨ ਹੈ। ਜਿੱਥੇ ਵਾਹਿਗੁਰੂ ਦਿਸੇਗਾ, ਉਸ ਦੀ ਰਚਨਾ ਦਿਸੇਗੀ, ਉੱਥੇ ਸਾਰੇ ਸੁੱਖ ਤੇ ਆਨੰਦ ਨਜ਼ਰ ਆਵੇਗਾ ਤੇ ਜਿੱਥੇ ਮਾਇਆ ਤੇ ਉਸ ਦੀ ਰਚਨਾ ਦਿਸੇਗੀ, ਉੱਥੇ ਸਭ ਬੁਰਾਈਆਂ ਹੀ ਦਿਸਣਗੀਆਂ। ਇਸ ਵਾਸਤੇ ਅਸੀਂ ਆਪਣੀ ਸੁਰਤ ਵਿੱਚ ਜਿਸ ਤਰ੍ਹਾਂ ਦੀ ਦੁਨੀਆ ਬਣਾਵਾਂਗੇ ਉਸੇ ਤਰ੍ਹਾਂ ਦਾ ਨਤੀਜਾ ਨਿਕਲਣਾ ਜ਼ਰੂਰੀ ਹੈ। ਕਦੇ ਗਲਤੀ ਨਹੀਂ ਹੋ ਸਕਦੀ। ਵਾਹਿਗੁਰੂ ਨੂੰ ਸਰਵ ਵਿਆਪਕ ਵੇਖਣਾ ਤੇ ਉਸ ਨਾਲ ਆਪਣੀ ਸੁਰਤ ਦੀ ਦੁਨੀਆ ਨੂੰ ਸਭ ਸੁੱਖਾਂ ਤੇ ਆਨੰਦ ਵਿੱਚ ਵੇਖਣਾ ਕੋਈ ਔਖੀ ਗੱਲ ਨਹੀਂ। ਹਾਂ, ਸਿਰਫ ਤੇ ਸਿਰਫ ਰੋਜ਼-ਰੋਜ਼ ਸਾਨੂੰ ਇਸ ਦਾ ਅਭਿਆਸ ਕਰਨ ਦੀ ਜਾਂ ਪ੍ਰੈਕਟਿਸ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਇਹ ਗੱਲ ਸਮਝਣ ਦੀ ਲੋੜ ਹੈ ਕਿ ਮਾਇਆ ਵਾਹਿਗੁਰੂ ਦੀ ਗੈਰ ਹਾਜ਼ਰੀ ਦਾ ਨਾਮ ਹੈ। ਵਾਹਿਗੁਰੂ ਤਾਂ ਸੁੱਖ ਤੇ ਆਨੰਦ ਹੈ ਤੇ ਮਾਇਆ ਉਸ ਦੇ ਉਲਟ ਦੁੱਖਾਂ ਤੇ ਤਕਲੀਫਾਂ ਦਾ ਘਰ ਹੈ। ਮਾਇਆ ਦੇ ਰੰਗ ਸੁਪਨੇ ਵਾਂਗ ਝੂਠੇ ਨੇ, ਕਮਜ਼ੋਰ ਨੇ, ਨਿਰਾ ਦਿਖਾਵਾ ਤੇ ਹਰ ਵੇਲੇ ਬਦਲਣ ਵਾਲੇ ਨੇ। ਵਾਹਿਗੁਰੂ ਦੇ ਰੰਗ ਸੱਚੇ ਨੇ, ਸਦਾ ਕਾਇਮ ਰਹਿਣ ਵਾਲੇ, ਕਦੇ ਨਾ ਬਦਲਣ ਵਾਲੇ ਨੇ। ਮਨੁੱਖ ਦੀ ਸੁਰਤ ਮਾਇਆ ਨੂੰ ਵੇਖ ਰਹੀ ਹੈ। ਜਦੋਂ ਇਸ ਸੁਰਤ ਨੂੰ ਗਿਆਨ ਹਾਸਲ ਹੋ ਜਾਏ ਤਾਂ ਇਹ ਵਾਹਿਗੁਰੂ ਨੂੰ ਸਰਵ ਵਿਆਪਕ ਵੇਖਦੀ ਹੈ ਤੇ ਮਾਇਆ ਦੇ ਝੂਠੇ ਰੰਗ ਸਭ ਬਦਲ ਜਾਂਦੇ ਨੇ ਤੇ ਉਸੇ ਹੀ ਤਕਲੀਫਾਂ ਵਾਲੀ ਦੁਨੀਆ ਵਿੱਚ ਸੁੱਖ ਤੇ ਆਨੰਦ ਨਜ਼ਰ ਆਉਂਦਾ ਹੈ। ਵਾਹਿਗੁਰੂ ਪ੍ਰਬਲ ਤੇ ਸੱਚਾ ਹੈ, ਮਾਇਆ ਨਿਰਬਲ ਤੇ ਝੂਠੀ ਹੈ। ਇਸ ਵਾਸਤੇ ਵਾਹਿਗੁਰੂ ਨੂੰ ਸੁਰਤ ਵਿੱਚ ਲਿਆਉਣ ਨਾਲ ਮਾਇਆ ਦਾ ਨਸ ਜਾਣਾ ਜ਼ਰੂਰੀ ਹੈ। ਵਾਹਿਗੁਰੂ ਨੂੰ ਸਰਵ ਵਿਆਪਕ ਵੇਖਣ ਵਾਸਤੇ ਹਰ ਚੀਜ਼ ਵਿੱਚ ਉਸ ਦਾ ਪ੍ਰਕਾਸ਼ ਵੇਖੋ। ਹਰ ਚੀਜ਼ ਪ੍ਰਕਾਸ਼ ਨਾਲ ਬਦਲੀ ਹੋਈ ਵੇਖੋ। ਦੁੱਖਾਂ ਤੇ ਤਕਲੀਫਾਂ ਦੀ ਥਾਂ ਤੇ ਸੁੱਖ ਅਤੇ ਆਨੰਦ ਵੇਖੋ। ਬਿਮਾਰ ਨੂੰ ਰਾਜ਼ੀ ਵੇਖੋ। ਦੁਸ਼ਮਣ ਨੂੰ ਦੋਸਤ ਵੇਖੋ। ਧੋਖੇਬਾਜ਼ ਤੇ ਬੇਈਮਾਨ ਨੂੰ ਸੱਚਾ ਤੇ ਈਮਾਨਦਾਰ ਵੇਖੋ। ਥੋੜ ਦੀ ਥਾਂ ਤੇ ਹਰ ਚੀਜ਼ ਦੀ ਬਹੁਤਾਤ ਮਹਿਸੂਸ ਕਰੋ। ਮਾਯੂਸੀ ਤੇ ਨਾਕਾਮਯਾਬੀ ਨੂੰ ਵਾਹਿਗੁਰੂ ਦੇ ਪ੍ਰਕਾਸ਼ ਵਿੱਚ ਕੋਈ ਥਾਂ ਨਹੀਂ ਮਿਲ ਸਕਦੀ।
ਇਸ ਦੀ ਥਾਂ ਤੇ ਖੁਸ਼ੀ ਤੇ ਕਾਮਯਾਬੀ ਵੇਖੋ। ਮਾਇਆ ਦੇ ਹਰ ਰੰਗ ਨੂੰ ਵਾਹਿਗੁਰੂ ਦੇ ਪ੍ਰਕਾਸ਼ ਨਾਲ ਉਲਟਿਆ ਹੋਇਆ ਵੇਖੋ। ਹਰ ਪਾਸੇ ਪ੍ਰੇਮ ਹੀ ਪ੍ਰੇਮ ਵੇਖੋ। ਡਰ, ਬਿਮਾਰੀ, ਮੌਤ, ਪਾਪ, ਗਲਤੀਆਂ, ਇਹ ਸਭ ਖਤਰਨਾਕ ਮਾਇਆ ਦੇ ਖਤਰਨਾਕ ਦੂਤਾਂ ਦੀ ਤਰ੍ਹਾਂ ਹਰ ਵੇਲੇ ਸਾਡੇ ਸਾਹਮਣੇ ਆ ਖੜੋਣਗੇ। ਪਰ ਚੇਤੇ ਰਹੇ, ਜੇ ਅਸੀਂ ਮਾਇਆ ਨੂੰ ਗੈਰ ਹਾਜ਼ਰ ਵੇਖਣ ਦਾ ਸੁਭਾਅ ਬਣਾ ਲਈਏ ਤੇ ਵਾਹਿਗੁਰੂ ਨੂੰ ਹਾਜ਼ਰ ਵੇਖਣ ਦਾ ਸੁਭਾਅ ਬਣਾ ਲਈਏ, ਤਾਂ ਮਾਇਆ ਦੀ ਗੈਰ ਹਾਜ਼ਰੀ ਦੇ ਨਾਲ ਨਾਲ ਇਹ ਸਭ ਚੀਜ਼ਾਂ, ਡਰ, ਬਿਮਾਰੀ, ਮੌਤ, ਪਾਪ ਤੇ ਗਲਤੀ ਆਦਿਕ, ਇਹ ਸਭ ਆਪੇ ਹੀ ਗਾਇਬ ਹੋ ਜਾਣਗੇ। ਵਾਹਿਗੁਰੂ ਦੇ ਗੁਣ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਨੇ, ਉਹਨਾਂ ਨੂੰ ਸਭ ਚੀਜ਼ਾਂ ਵਿੱਚ ਪ੍ਰਕਾਸ਼ਮਾਨ ਹੋਇਆ ਵੇਖੋ ਤੇ ਮਾਇਆ ਦੇ ਦੁੱਖ ਦੇਣ ਵਾਲੇ ਸਾਰੇ ਰੰਗ ਖਤਮ ਹੋਏ ਵੇਖੋ। ਭਾਵੇਂ ਮਾਇਆ ਵਿੱਚ ਖੁੱਲੀਆਂ ਅੱਖਾਂ ਕੁਝ ਵੀ ਦੱਸਣ, ਕੁਝ ਵੀ ਵੇਖਣ, ਆਪਣੀ ਸੁਰਤੀ ਨੂੰ ਇੰਨਾ ਬਦਲਣਾ ਹੈ ਕਿ ਜੋ ਦਿਸ ਰਿਹਾ ਉਸ ਨੂੰ ਝੂਠਾ ਤੇ ਗਲਤ ਸਮਝੋ ਤੇ ਉਹਦੇ ਵਿੱਚ ਵਾਹਿਗੁਰੂ ਦਾ ਨੂਰ ਵੇਖ ਕੇ ਉਹਨਾਂ ਸਭ ਕੁਝ ਦੀਆਂ ਬੁਰੀਆਂ ਸ਼ਕਲਾਂ ਨੂੰ ਭਲਾ ਵੇਖਣ ਦੀ ਆਦਤ ਪਾਓ। ਜਿਸ ਤਰ੍ਹਾਂ ਰੇਲ ਗੱਡੀ ਵਿੱਚ ਬੈਠਿਆਂ ਸਾਰੇ ਦਰਖਤ ਦੌੜਦੇ ਨੇ, ਇਹ ਸਾਡੀ ਨਜ਼ਰ ਦਾ ਧੋਖਾ ਹੈ। ਅਸਲ ਵਿੱਚ ਤੇ ਉਹ ਦਰਖਤ ਖੜੇ ਨੇ, ਭਾਵੇਂ ਸਾਡੀਆਂ ਅੱਖਾਂ ਕਹਿਣ ਕਿ ਦਰਖਤ ਦੌੜ ਰਹੇ ਨੇ, ਪਰ ਇਸ ਦੇ ਬਾਵਜੂਦ ਸਾਨੂੰ ਵਿਸ਼ਵਾਸ ਹੋਵੇ ਕਿ ਦਰਖਤ ਖੜੇ ਨੇ। ਇਸ ਤਰ੍ਹਾਂ ਦੇ ਅਭਿਆਸ ਨਾਲ ਸੱਚਮੁੱਚ ਦੁਨੀਆ ਬਦਲ ਜਾਏਗੀ। ਦਿਸਣ ਅਤੇ ਭਾਸਣ ਵਾਲੀ ਦੁਨੀਆ ਦੇ ਅੰਦਰ ਇੱਕ ਹੋਰ ਦੁਨੀਆ, ਸੱਚਖੰਡ ਦੇ ਨਜ਼ਾਰੇ ਦਿਖਾਉਣ ਵਾਲੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਸ਼ਬਦ ਵਿੱਚ ਇਸ ਤਰ੍ਹਾਂ ਦੀ ਬਦਲੀ ਹੋਈ ਦੁਨੀਆ ਨੂੰ ਇਸ ਤਰ੍ਹਾਂ ਵਰਣਨ ਕੀਤਾ ਹੈ, ਦੁੱਖ ਨਾਹੀਂ ਸਭ ਸੁਖ ਹੀ ਹੈ ਰੇ, ਏਕੈ ਏਕੀ ਨਿਤੈ, बुरा नहीं सब भला ही है रे, हार नहीं सब जेतै, सोग नाही सदा हरखी है रे, छोड़ नाही किछ लेतै, कहो नानक जन हर 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 है, कत आवै कत रमतै। जां धनासरी राग विच इस तरह आखदे ने, ना को मेरा दुश्मन रहा ना हम किसके बैराई, ब्रह्म पसार पसार्यो भीतर सतगुर ते सोझी पाई, सबको मीत हम आपन कीना हम सबना के साजन, दूर परायो मन का बिरहा ता मेल कियो मेरा राजन। आओ कुछ उदाहरणां नूं समझण दा यतन करने आ कि वाहिगुरू किवें सर्व व्यापक है ते इस दा लाभ की है। पहली उदाहरण, एक गुरसिख नूं सवेरे सुत्तियां उठदियां सार अपने सरीर उत्ते बुखार महसूस होया। ਇਹ ਗੁਰੂ ਕਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਤੇ ਸਮਝਣ ਤੇ ਵਾਹਿਗੁਰੂ ਦੇ ਸਰਵਵਿਆਪੀ ਵੇਖਣ ਦਾ ਅਭਿਆਸ ਕਰਦਾ ਹੈ। ਇਸ ਲਈ ਬੁਖਾਰ ਵੇਖ ਕੇ ਬਿਲਕੁਲ ਨਹੀਂ ਘਬਰਾਇਆ, ਸਗੋਂ ਮਨ ਵਿੱਚ ਇਹ ਅਰਦਾਸ ਕਰ ਰਿਹਾ ਹੈ, ਹੇ ਵਾਹਿਗੁਰੂ, ਤੂੰ ਤਾਂ ਸਰਵਵਿਆਪਕ ਹੈ, ਮੇਰੇ ਅੰਦਰ ਵੀ ਵਸ ਰਿਹਾ ਹੈ, ਮੈਂ ਤੇ ਤੇਰੀ ਜੋਤ ਹਾਂ। ਤੇਰੀ ਜੋਤ ਨੂੰ ਨਾ ਬਿਮਾਰੀ ਹੈ ਤੇ ਨਾ ਮੌਤ। ਤੇਰੀ ਮੌਜੂਦਗੀ ਵਿੱਚ ਮਾਇਆ ਹਰਗਿਜ਼ ਜ਼ਿੰਦਾ ਨਹੀਂ ਰਹਿ ਸਕਦੀ। ਤੇਰੇ ਨੂਰ ਨੇ ਮੇਰਾ ਸਾਰਾ ਅੰਦਰ ਚਾਨਣ ਨਾਲ ਭਰ ਦਿੱਤਾ ਹੈ। ਮਾਇਆ ਕਾਲੀ ਹਨੇਰੀ ਸ਼ਕਲ ਦਾ ਇਸ ਨੂਰ ਦੇ ਚਾਨਣ ਵਿੱਚ ਹੋ ਸਕਣਾ ਹੋ ਨਹੀਂ ਸਕਦਾ। ਭਾਵ ਮਾਇਆ ਹਨੇਰਾ ਹੋਣ ਕਰਕੇ ਚਾਨਣ ਦੇ ਹੁੰਦਿਆਂ ਹੀ ਭੱਜ ਜਾਏਗੀ। ਬਿਮਾਰੀ ਕੁਝ ਵੀ ਚੀਜ਼ ਨਹੀਂ, ਸਿਰਫ ਜਾਪਦੀ ਹੈ ਪਰ ਹੈ ਨਹੀਂ। ਤੂੰ ਸੱਚਾ ਹੈ ਤੇ ਹਮੇਸ਼ਾ ਕਾਇਮ ਹੈ। ਬਿਮਾਰੀ ਝੂਠੀ ਹੈ ਤੇ ਇਸ ਦੀ ਕੁਝ ਅਸਲੀਅਤ ਨਹੀਂ, ਇਸ ਲਈ ਇਹ ਹੈ ਹੀ ਨਹੀਂ। ਕਿਉਂਕਿ ਇਹ ਗੁਰਸਿੱਖ ਵਾਹਿਗੁਰੂ ਨੂੰ ਸਰਵ-ਵਿਆਪਕ ਵੇਖਦਾ ਹੈ, ਇਸ ਲਈ ਅਰਦਾਸ ਕਰਨ ਨਾਲ ਹੀ ਬੁਖਾਰ ਦੇ ਸਾਰੇ ਲੱਛਣ ਗਾਇਬ ਹੋ ਗਏ ਤੇ ਉਹ ਗੁਰੂ ਕਾ ਸਿੱਖ ਵਾਹਿਗੁਰੂ ਦਾ ਸ਼ੁਕਰ ਕਰਕੇ
ਕੰਮ ਤੇ ਚਲਾ ਗਿਆ। ਉਦਾਹਰਣ ਨੰਬਰ 2, ਮੁਕੱਦਮੇ ਦੇ ਬਾਰੇ ਵਿੱਚ। ਇੱਕ ਗੁਰਸਿੱਖ ਅਦਾਲਤ ਵਿੱਚ ਪੇਸ਼ ਹੋਇਆ। ਮੁਕੱਦਮਾ ਕਿਸੇ ਜਾਇਦਾਦ ਦੇ ਸੰਬੰਧ ਵਿੱਚ ਸੀ, ਜਿਸ ਵਿੱਚ ਇਸ ਦਾ ਹੱਕ ਆਪਣੇ ਵਿਰੋਧੀ ਨਾਲੋਂ ਜ਼ਿਆਦਾ ਸੀ। ਇਹ ਸੱਚਾ ਸੀ। ਇਸ ਨੇ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਇਹ ਅਰਦਾਸ ਕੀਤੀ, ਹੇ ਵਾਹਿਗੁਰੂ, ਤੂੰ ਸਰਵ ਵਿਆਪਕ ਹੈ, ਮੇਰੇ ਅੰਦਰ ਮੌਜੂਦ ਹੈ, ਮੇਰੇ ਅੰਦਰ ਸਦਾ ਸਾਰਾ ਸੱਚ ਹੀ ਸੱਚ ਭਰਿਆ ਹੋਇਆ। ਮੈਂ ਅਦਾਲਤ ਵਿੱਚ ਸੱਚ ਹੀ ਸੱਚ ਬੋਲਣਾ ਹੈ। ਜੱਜ ਦੇ ਅੰਦਰ ਵੀ ਹੇ ਮੇਰੇ ਵਾਹਿਗੁਰੂ ਤੂੰ ਆਪ ਵਸ ਰਿਹਾ, ਗਵਾਹਾਂ ਦੇ ਅੰਦਰ ਵੀ ਤੂੰ ਵਸ ਰਿਹਾ, ਮੇਰੇ ਮੁਕਾਬਲੇ ਵਾਲੇ ਮੇਰੇ ਵਿਰੋਧੀ ਵਿੱਚ ਵੀ ਤੂੰ ਹੈ, ਵਕੀਲਾਂ ਦੇ ਅੰਦਰ ਵੀ ਤੂੰ ਆਪ ਹੈ। ਸਭ ਪਾਸੇ ਸੱਚ ਹੀ ਸੱਚ ਹੈ। ਜਿੱਥੇ ਤੂੰ ਹੈ ਉੱਥੇ ਮਾਇਆ, ਝੂਠੀ ਮਾਇਆ ਜਿਉਂਦੀ ਨਹੀਂ ਰਹਿ ਸਕਦੀ। ਜਿੱਥੇ ਸੱਚ ਹੈ ਉੱਥੇ ਝੂਠ ਕਾਇਮ ਨਹੀਂ ਰਹਿ ਸਕਦਾ। ਇਹ ਅਰਦਾਸ ਘਰ ਵੀ ਕੀਤੀ ਤੇ ਅਰਦਾਸ ਅਦਾਲਤ ਵਿੱਚ ਜਾ ਕੇ ਵੀ ਕਰਦਾ ਰਿਹਾ। ਬੜੀ ਹੈਰਾਨੀ ਦੀ ਗੱਲ ਹੈ ਕਿ ਮਹੀਨਿਆਂ ਵਿੱਚ ਮੁੱਕਣ ਵਾਲਾ ਫੈਸਲਾ ਥੋੜੇ ਦਿਨਾਂ ਵਿੱਚ ਹੀ ਨਿਬੜ ਗਿਆ ਤੇ ਸਭ ਪਾਸੇ ਸੱਚ ਦੀ ਹੀ ਜੈ ਜੈਕਾਰ ਹੋ ਗਈ। ਉਦਾਹਰਣ ਨੰਬਰ 3, ਇਸ ਗੁਰਸਿੱਖ ਨੇ ਆਪਣੇ ਕਾਰ ਵਿਹਾਰ ਬਾਰੇ ਇੱਕ ਬੜੀ ਜ਼ਰੂਰੀ ਗੱਲ ਦਾ ਫੈਸਲਾ ਕਰਨਾ ਸੀ ਤੇ ਜਿਸ ਨਾਲ ਫੈਸਲਾ ਕਰਨਾ ਸੀ ਉਹ ਕਾਰੋਬਾਰ ਵਿੱਚ ਬੜਾ ਮਸ਼ਹੂਰ ਆਦਮੀ ਸੀ ਤੇ ਬਹੁਤ ਵੱਡੇ ਤਜਰਬੇ ਤੇ ਅਕਲ ਵਾਲਾ ਸੀ, ਨਾਲੇ ਬੜਾ ਚਾਲਬਾਜ਼ ਤੇ ਸਬਜ਼ ਬਾਗ ਵਿਖਾ ਕੇ ਫਸਾ ਲੈਣ ਵਾਲਾ ਤੇ ਸਦਾ ਚਲਾਕੀ ਵਾਲੀਆਂ ਗੱਲਾਂ ਕਰਨ ਵਾਲਾ ਸੀ। ਇਹ ਗੁਰਸਿੱਖ ਆਪਣੇ ਮਨ ਵਿੱਚ ਬਿਲਕੁਲ ਨਾ ਡਰਿਆ, ਕਿਉਂਕਿ ਇਸ ਨੂੰ ਪੂਰਾ ਯਕੀਨ ਹੈ ਕਿ ਵਾਹਿਗੁਰੂ ਦੇ ਕੋਲ ਹੁੰਦਿਆਂ ਮੈਂ ਕਦੇ ਵੀ ਕਿਸੇ ਜਾਲ ਵਿੱਚ ਨਹੀਂ ਫਸ ਸਕਦਾ। ਵਾਹਿਗੁਰੂ ਦੇ ਦਰਬਾਰ ਵਿੱਚ ਹਾਰ ਜਾਂ ਨਾਕਾਮਯਾਬੀ ਕਿਤੇ ਵੀ ਨਹੀਂ ਹੈਗੀ। ਵਾਹਿਗੁਰੂ ਕੋਲ ਹੁੰਦਿਆਂ ਸੱਚੀਆਂ ਤੇ ਵਾਜਬ ਮੰਗਾਂ ਨੂੰ ਕਦੇ ਵੀ ਹਾਰ ਨਹੀਂ ਹੋ ਸਕਦੀ। ਇਸ ਲਈ ਉਸ ਕੋਲ ਜਾਣ ਤੋਂ ਪਹਿਲਾਂ ਇਸ ਗੁਰਸਿੱਖ ਨੇ ਇਹ ਅਰਦਾਸ ਕੀਤੀ, ਹੇ ਵਾਹਿਗੁਰੂ, ਤੂੰ ਸਰਵ ਵਿਆਪਕ ਹੈ, ਮੇਰੇ ਅੰਗ ਸੰਗ ਹੈ, ਮੇਰੇ ਅੰਦਰ ਤੂੰ ਵਿਆਪ ਰਿਹਾ ਹੈ, ਸਭ ਸਮਝ ਤੇ ਅਕਲ ਤੇਰੀ ਹੈ। ਮੈਂ ਉਹੀ ਗੱਲ ਕਰਨੀ ਹੈ ਜੋ ਤੂੰ ਮੈਨੂੰ ਦੇਵੇਂਗਾ। ਜਿਹੜਾ ਕਾਰ ਵਿਹਾਰ ਮੈਂ ਕਰ ਰਿਹਾ ਇਹ ਤੇਰਾ ਹੈ ਤੇ ਇਸ ਨੂੰ ਚਲਾ ਵੀ ਤੂੰ ਰਿਹਾ। ਇਸ ਲਈ ਇਹਦੇ ਵਿੱਚ ਕਦੇ ਘਾਟਾ ਨਹੀਂ ਪੈ ਸਕਦਾ, ਸਦਾ ਵਾਧਾ ਹੀ ਵਾਧਾ ਹੋਵੇਗਾ। ਜਿਸ ਚੌਧਰੀ ਕੋਲ ਮੈਂ ਚੱਲਿਆ, ਲੋਕ ਭਾਵੇਂ ਉਸ ਦੇ ਬਾਰੇ ਵਿੱਚ ਕਿੰਨੀਆਂ ਭਿਆਨਕ ਗੱਲਾਂ ਵੀ ਕਿਉਂ ਨਾ ਕਰਨ, ਮੈਂ ਉਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਨੀ। ਮੈਂ ਤੇ ਉਸ ਵਿੱਚ ਵੀ ਤੇਰੀ ਜੋਤ ਵੇਖ ਰਿਹਾ, ਜਿਸ ਵਿੱਚ ਸੱਚ ਤੇ ਹਮਦਰਦੀ ਭਰੀ ਹੋਈ ਹੈ। ਜਦੋਂ ਮੇਰੇ ਵਿੱਚ ਤੇ ਉਸ ਵਿੱਚ ਇੱਕੋ ਹੀ ਜੋਤ ਹੈ ਤਾਂ ਫਿਰ ਝਗੜਾ ਕਿਸ ਗੱਲ ਦਾ ਹੋਵੇਗਾ। ਜੋ ਮੈਂ ਕਹਾਂਗਾ ਉਹ ਮੰਨ ਲਏਗਾ ਤੇ ਜੋ ਕਹੇਗਾ ਉਹ ਮੇਰੇ ਮੰਨਣ ਯੋਗ ਹੋਵੇਗਾ। ਜਿੱਥੇ ਦੋ ਦਿਲ ਹੋਣ ਉੱਥੇ ਗੱਲ ਦਾ ਫਰਕ ਪੈ ਸਕਦਾ ਹੈ, ਪਰ ਜਿੱਥੇ ਇੱਕੋ ਦਿਲ ਭਾਵ ਵਾਹਿਗੁਰੂ ਦੋਹਾਂ ਵਿੱਚ ਹੋਵੇ ਉੱਥੇ ਕੋਈ ਫਰਕ ਕਿਵੇਂ ਆਵੇਗਾ। ਤੇਰੀ ਜੋਤ ਤੇ ਤੇਰਾ ਦਿਲ ਦੋਹਾਂ ਵਿੱਚ ਇੱਕ ਜੈਸਾ ਹੈ। ਇਹ ਅਰਦਾਸ ਕਰਕੇ ਤੇ ਆਪਣੇ ਮਨ ਵਿੱਚ ਟਿਕਾ ਕੇ ਉਹ ਉਸ ਚੌਧਰੀ ਨੂੰ ਮਿਲਣ ਚਲਾ ਗਿਆ। ਨਤੀਜਾ ਯਕੀਨੀ ਸੀ। ਘੰਟਿਆਂ ਦਾ ਕੰਮ ਮਿੰਟਾਂ ਵਿੱਚ ਮੁੱਕ ਗਿਆ। ਸਭ ਯੋਗ ਅਤੇ ਸੱਚੀਆਂ ਗੱਲਾਂ ਦੋਵੇਂ ਪਾਸੇ ਹੋਈਆਂ ਤੇ ਦੋਵੇਂ ਹੱਥ ਮਿਲਾ ਕੇ ਖੁਸ਼ੀ-ਖੁਸ਼ੀ ਵਿਦਾ ਹੋ ਗਏ।